पंजाबी संगीत जगत ਦੇ ਵਿੱਚ ਸਿੱਧੂ ਮੂਸੇਵਾਲਾ ਦਾ ਇੱਕ ਵੱਡਾ ਨਾਮ ਸੀ। ਹਾਲੇ ਵੀ ਸੁਰਖੀਆਂ ਦੇ ਵਿੱਚ ਸਿੱਧੂ ਮੂਸੇਵਾਲਾ ਬਣੇ ਹੋਏ ਨੇ। ਬੇਸ਼ੱਕ ਸਰੀਰਕ ਤੌਰ ਤੇ ਉਹ ਸਾਡੇ ਵਿਚਕਾਰ ਅੱਜ ਨਹੀਂ ਰਹੇ, ਪਰ ਜਦੋਂ ਉਹਨਾਂ ਦੀ मौत तो बाद उन्होंने कतल तो बाद एक गीत रिलीज़ होया SYL, जिस दे विच पंजाब के कई पक्ष के मसले सी जिहड़े जुड़े हुए ने उस गीत दे विच। उस गीत नूं यूट्यूब तो इंडिया की लोकेशन पा के जे देखा जाता है तो उसनूं हटा दिता गया, और उस दे विच कारण जो यूट्यूब वालों लिखा गया उस दे विच साफ तौर पर लिखा सब नूं नज़र आता है कि सरकार की शिकायत के उत्ते इस गाने नूं हटाया गया, पर इस दे उत्ते एक RTI पैंदी है, जवाब मंगिया जाता है। मुंबई ਦੇ ਵਿੱਚ ਪੰਜਾਬੀ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਵਕੀਲ ਨੇ ਅਮਰਿਤਪਾਲ ਸਿੰਘ, ਜਿਨ੍ਹਾਂ ਨੇ ਉਹ RTI ਪਾਈ, ਉਹ ਸਾਡੇ ਨਾਲ ਆਨਲਾਈਨ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਵਕੀਲ ਸਾਹਿਬ ਤੁਹਾਡਾ ਸਵਾਗਤ ਹੈ ABC ਪੰਜਾਬ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਧੰਨਵਾਦ ਜੀ। ਜੀ ਵਕੀਲ ਸਾਹਿਬ, ਮੈਂ ਤੁਹਾਡੇ ਤੋਂ ਇਹੀ ਜਾਣਨਾ ਚਾਹੁੰਦਾ ਕਿ ਜਦੋਂ ਇਹ ਗੀਤ YouTube ਤੋਂ ਹਟਾਇਆ ਗਿਆ SYL, ਉਸ ਤੋਂ ਬਾਅਦ ਤੁਸੀਂ ਸਰਕਾਰ ਤੋਂ ਔਰ ਕਿਹੜੇ-ਕਿਹੜੇ ਮਹਿਕਮੇ ਤੋਂ ਜਵਾਬ ਮੰਗਣ ਦੀ ਕੋਸ਼ਿਸ਼ ਕੀਤੀ ਔਰ ਉਸ ਦੇ ਬਦਲੇ ਜਵਾਬ ਹੁਣ ਤੱਕ ਕੀ ਆਇਆ? देखो जी, ये 4 महकमे ਜਿਹੜੇ ਨੇ, ਇੱਕ ਹਰਿਆਣਾ ਹੋਮ ਡਿਪਾਰਟਮੈਂਟ, ਇੱਕ ਪੰਜਾਬ ਹੋਮ ਡਿਪਾਰਟਮੈਂਟ ਤੇ ਕੇਂਦਰ ਦੇ 2 ਮਹਿਕਮੇ, ਇੱਕ ਮਿਨਿਸਟਰੀ ਆਫ ਇਨਫੋਰਮੇਸ਼ਨ ਅਤੇ ਬ੍ਰੌਡਕਾਸਟਿੰਗ ਅਤੇ ਕੇਂਦਰ ਦਾ ਹੋਮ ਮਿਨਿਸਟਰੀ, ਉਹਨਾਂ ਨੂੰ ਮੈਂ RTI ਪਾਈ ਸੀ। ਉਹਨਾਂ ਨੂੰ ਇਹ ਸਵਾਲ ਪੁੱਛੇ, ਉਹਨਾਂ ਨੂੰ ਇਹ ਇਨਫੋਰਮੇਸ਼ਨ ਮੰਗੀ ਸੀ ਕਿ ਤੁਸੀਂ ਜਿਹੜੀ YouTube ਨੂੰ ਕੰਪਲੇਂਟ ਪਾਈ ਹੈ ਉਹਦੀ ਕਾਪੀ ਦਿਓ, ਅਤੇ ਤੁਹਾਨੂੰ ਕਿਸੇ ਸੰਸਥਾ ਵੱਲੋਂ, ਕਿਸੇ ਇੰਡੀਵਿਜੂਅਲ ਵੱਲੋਂ ਜਾਂ ਹੋਰ ਤੁਹਾਨੂੰ ਕਿਸੇ ਵੱਲੋਂ ਵੀ ਸ਼ਿਕਾਇਤ ਸਿੱਧੂ ਮੂਸੇਵਾਲੇ ਬਾਈ ਦੇ ਸੌਂਗ ਦੀ ਆਈ ਹੈ SYL ਸੌਂਗ ਦੀ, ਤੇ ਉਹਦੀ ਕਾਪੀ ਪ੍ਰੋਵਾਈਡ ਕਰੋ। ਤੇ ਚਾਰੇ ਮਹਿਕਮੇ ਨੇ ਇਹ ਸਪਸ਼ਟ ਕਰ ਦਿੱਤਾ ਲਿਖਤੀ ਤੌਰ ਤੇ ਕਿ ਉਹਨਾਂ ਕੋਲ ਇਹੋ ਜਿਹੀ ਇਨਫੋਰਮੇਸ਼ਨ ਅਵੇਲੇਬਲ ਨਹੀਂ ਹੈ ਜੀ। ਉਸ ਦੇ ਬਾਅਦ ਕਿਉਂਕਿ SYL ਮੁੱਦਾ ਇੱਕ ਪਾਣੀ ਨਾਲ ਸੰਬੰਧਿਤ ਹੈ ਤੇ ਮਿਨਿਸਟਰੀ ਆਫ ਜਲ ਸ਼ਕਤੀ, ਮਿਨਿਸਟਰੀ ਡਿਪਾਰਟਮੈਂਟ ਆਫ ਵਾਟਰ ਮਿਨਿਸਟਰੀ ਜਿਹੜੀ ਕਿ ਕੇਂਦਰ ਦਾ ਮਹਿਕਮਾ ਆ, ਉਹਨਾਂ ਨੂੰ ਵੀ ਮੈਂ RTI ਪਾ ਕੇ ਇਹ ਮੰਗਿਆ ਸੀਗਾ ਕਿ ਤੁਸੀਂ ਜਿਹੜੀ YouTube ਨੂੰ ਕੰਪਲੇਂਟ ਪਾਈਏ ਤਾਂ ਉਹਦੀ ਕਾਪੀ ਦਿਓ, ਅਤੇ ਤੁਹਾਨੂੰ ਕਿਸੇ ਸੰਸਥਾ ਵੱਲੋਂ ਕੋਈ ਕੰਪਲੇਂਟ ਆਈਏ ਤੇ ਉਹਦੀ ਸਾਨੂੰ ਕਾਪੀ ਦਿਓ, ਸਰਟੀਫਾਈ ਕਾਪੀ ਸ਼ਿਕਾਇਤ ਦੀ, ਤੇ ਉਹਨਾਂ ਦਾ ਜਵਾਬ ਆਇਆ ਨਹੀਂ ਹੈ। ਇਸ ਦੇ ਨਾਲ ਹੀ YouTube ਨੂੰ ਮੈਂ ਇੱਕ ਚਿੱਠੀ ਪਾਈ ਸੀ 10 ਅਗਸਤ ਨੂੰ ਕਿ YouTube ਕੋਲੋਂ ਮੈਂ ਇਹ ਮੰਗਿਆ ਸੀਗਾ ਵੀ ਤੁਹਾਡੇ ਕਹਿਣ ਦੇ ਆਧਾਰ ਤੇ ਤੁਸੀਂ ਕਹਿੰਦੇ ਜੇ ਕਿ ਸੈਂਟਰਲ ਗਵਰਨਮੈਂਟ ਦੀ ਸ਼ਿਕਾਇਤ ਤੇ ਇਹ ਸੌਂਗ ਕੱਢਿਆ ਗਿਆ ਹੈ, ਤੇ ਕਿਹੜਾ ਮਹਿਕਮਾ ਆ, ਕਿਹੜੇ ਸੰਬੰਧਿਤ ਵਿਭਾਗ ਨੇ, ਉਹਨਾਂ ਦੀ ਡਿਟੇਲ ਦਿਓ ਤੇ ਕੰਪਲੇਂਟ ਦੀ ਕਾਪੀ ਪ੍ਰੋਵਾਈਡ ਕਰੋ। ਤੁਸੀਂ ਸਿਰਫ ਇੱਕ ਲਾਈਨ 'ਚ ਕਿਹਾ ਹੈ ਸਾਨੂੰ ਇਹਦੀ ਜਾਣਕਾਰੀ ਦਿੱਤੀ ਜਾਏ। ਤੇ YouTube ਦਾ ਜਵਾਬ ਆਇਆ ਹੈ ਕਿ ਸੈਕਸ਼ਨ 69A ਆਫ IT ਐਕਟ ਜਿਹੜੀ ਹੈ ਉਹਦੇ ਵਿੱਚ ਜੋ ਵੀ ਇਹੋ ਜਿਹੀ ਐਕਸ਼ਨਸ YouTube ਜਿਹੜਾ ਕਿ ਬਲੌਕ ਕਰਦਾ ਆ ਉਹ ਕੌਨਫੀਡੈਂਸ਼ੀਅਲ ਹੁੰਦਾ ਆ। ਤਾਂ ਜਦੋਂ YouTube ਦਾ ਇਹ ਜਵਾਬ ਆਇਆ, ਉਸ ਤੋਂ ਇਲਾਵਾ ਤੁਸੀਂ ਵੱਖ-ਵੱਖ ਸਰਕਾਰ ਦੇ ਮਹਿਕਮਿਆਂ ਨੂੰ ਔਰ ਪੰਜਾਬ ਸਰਕਾਰ ਤੋਂ ਵੀ ਪੁੱਛਿਆ, ਹਰਿਆਣਾ ਸਰਕਾਰ ਤੋਂ ਵੀ ਪੁੱਛਿਆ, ਤਾਂ ਹੁਣ ਤੱਕ ਠੋਸ ਜਵਾਬ ਜਿਹੜਾ ਤੁਹਾਡੇ ਕੋਲ ਕਿਉਂ ਨਹੀਂ ਆ ਸਕਿਆ? ਇੱਕ ਬਤੌਰ ਵਕੀਲ ਹੋਣ ਦੇ ਨਾਤੇ ਕੀ ਸਮਝਦੇ ਹੋ? ਦੇਖੋ ਜੀ, ਸਰਕਾਰ ਦੀ ਮਨਸ਼ਾ ਕੀ ਹੈ ਇਹੀ ਮੈਂ ਜਾਣਨਾ ਚਾਹੁੰਦੇ ਹਾਂ ਕਿ ਉਹਨਾਂ ਨੇ ਕਿਹੜੇ ਆਧਾਰ ਤੇ ਬਲੌਕ ਕੀਤਾ ਹੈ। ਪਰ ਜਿਹੜੇ ਮਹਿਕਮਾ ਕੋਲੋਂ ਮੈਂ ਪੁੱਛਿਆ ਹੈ ਉਹ ਕਹਿੰਦੇ ਕਿ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ। ਬੇਸਿਕਲੀ ਇਹ ਹੁਣ ਜਿਹੜਾ ਮਹਿਕਮਾ ਪਤਾ ਲੱਗਿਆ ਇੱਕ IT ਐਕਟ ਦੇ ਹਿਸਾਬ ਨਾਲ, ਉਹ ਹੈ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਅਤੇ ਇਨਫੋਰਮੇਸ਼ਨ ਟੈਕਨੋਲੋਜੀ, ਜਿਹੜਾ ਲੋਧੀ ਰੋਡ ਤੇ ਇਹਨਾਂ ਦਾ ਆਫਿਸ ਆ। ਹੁਣ ਮੈਂ ਉਹਨਾਂ ਨੂੰ ਇੱਕ RTI ਪਾਈ ਹੈ ਕਿ ਤੁਸੀਂ ਇਹਨਾਂ ਦੀ ਕੰਪਲਾਇੰਸ ਦੱਸੋ ਬਈ, ਤੁਹਾਨੂੰ ਡੈਜ਼ਿਗਨੇਟਡ ਆਫਿਸਰ ਜਿਹੜਾ ਨੋਮੀਨੇਟ ਕੀਤਾ ਗਿਆ ਹੈ IT ਐਕਟ ਦੇ ਹੇਠਾਂ, ਬਈ ਤੁਹਾਨੂੰ ਕਿਹੜੀ ਕੰਪਲੇਂਟ ਆਈ ਹੈ, ਤੁਸੀਂ YouTube ਨੂੰ ਕੰਪਲੇਂਟ ਕੀਤੀ ਹੈ, ਉਹਦੀ ਫਾਈਲ ਨੋਟਿੰਗ ਸਾਰੀ ਪ੍ਰੋਵਾਈਡ ਕਰੋ। ਅਤੇ ਇਹਨਾਂ ਦਾ ਵੀ ਮੈਨੂੰ ਨਹੀਂ ਲੱਗਦਾ ਕਿ ਜਵਾਬ ਆਏਗਾ, ਕਿਉਂਕਿ ਇਹਨਾਂ ਨੇ ਕੌਨਫੀਡੈਂਸ਼ੀਅਲ ਕਹਿ ਕੇ ਇਹਨਾਂ ਨੇ ਰਿਜੈਕਟ ਕਰ ਦੇਣਾ ਜੀ। ਅਮਰਿਤਪਾਲ ਸਿੰਘ ਜੀ, ਤੁਸੀਂ ਕੀ ਸਮਝਦੇ ਹੋ ਕਿ ਜਦੋਂ ਇਸ ਤਰ੍ਹਾਂ ਦੇ ਇੱਕ ਤਾਂ RTI ਦੇ ਥਰੂ ਕਾਨੂੰਨ ਤੌਰ ਤੇ ਜੋ ਹੱਕ ਬਣਦਾ ਹੈ, ਜਵਾਬ ਮੰਗਿਆ ਗਿਆ ਕਿ ਆਖਰਕਾਰ ਦੱਸੋ ਤਾਂ ਸਹੀ ਕਿ SYL ਗੀਤ ਕਿਸ ਦੇ ਕਹਿਣ ਤੇ ਔਰ ਕਿਹੜੇ ਕਾਰਨਾਂ ਕਰਕੇ ਉੱਥੋਂ ਹਟਾਇਆ ਗਿਆ YouTube ਤੋਂ? ਹਾਲਾਂਕਿ YouTube 'ਚ ਲੋਕੇਸ਼ਨ ਬਦਲ ਕੇ ਗਾਣਾ ਜ਼ਰੂਰ ਸੁਣਿਆ ਦੇਖਿਆ ਜਾ ਸਕਦਾ ਹੈ, ਪਰ ਭਾਰਤ ਦੀ ਲੋਕੇਸ਼ਨ ਜੇਕਰ ਹੋਵੇਗੀ ਤੇ ਉਸ ਦੇ ਵਿੱਚ ਨਹੀਂ ਸੁਣਿਆ ਜਾ ਸਕਦਾ। ਤਾਂ ਤੁਹਾਨੂੰ ਕੀ ਲੱਗਦਾ ਹੈ ਕਿ SYL ਗੀਤ ਦੇ ਵਿੱਚ ਜਿਹੜੇ ਮੁੱਦੇ ਛੂਹੇ ਗਏ, ਉਸ ਦੇ ਉੱਤੇ ਬੋਲ ਜਿਹੜੇ ਦਿੱਤੇ ਗਏ, ਚਾਹੇ ਉਹ ਜਟਾਣਾ ਦੀ ਗੱਲ ਹੋਵੇ, ਚਾਹੇ SYL ਦੇ ਪਾਣੀਆਂ ਦੀ ਗੱਲ ਹੋਵੇ ਜਾਂ ਕੋਈ ਹੋਰ ਗੱਲਾਂ ਨੇ, ਇਸ ਨੂੰ ਲੈ ਕੇ ਸਰਕਾਰ ਨੂੰ ਇਹੋ ਜਿਹਾ ਕੀ ਡਰ ਹੈ ਕਿ ਉਸ ਗੀਤ ਦੇ ਨਾਲ ਇੰਨਾ ਖਤਰਾ ਪੈਦਾ ਹੋਣ ਦੀ ਗੱਲ ਆ ਜਿਹੜੀ? ਦੇਖੋ ਜੀ, ਜਿੱਥੇ ਤੱਕ ਮੈਂ ਗਾਣੇ ਨੂੰ ਸੁਣਿਆ ਸਮਝਿਆ, ਇਹੋ ਜਿਹੀ ਡਰਨ ਵਾਲੀ ਗੱਲ ਨਹੀਂ। ਉਹ ਗਾਣਾ ਤਾਂ ਸਾਨੂੰ ਸਾਡੇ ਹੱਕਾਂ ਵਾਸਤੇ ਸੁਚੇਤ ਕਰਦਾ ਹੈ ਜੀ। ਪਰ ਗੱਲ ਆਉਂਦੀ ਹੈ ਜਟਾਣਾ ਸਾਹਿਬ ਦੀ ਅਤੇ ਹੋਰ
ਜਿਹੜੇ ਇੱਕ ਕੈਦੀ ਸਿੰਘ ਨੇ ਉਹਨਾਂ ਦੀ ਫੋਟੋਆਂ ਦੀ, ਤੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਕਿਤੇ ਉਹ ਆਬਜੈਕਸ਼ਨੇਬਲ ਗੱਲ ਲੱਗੀ ਹੋਊਗੀ। ਪਰ ਜੇ ਸਰਕਾਰ ਨੂੰ ਆਬਜੈਕਸ਼ਨੇਬਲ ਲੱਗੀ ਹੈ ਤੇ ਸਰਕਾਰ ਉਹ ਪਾਰਟ ਐਡਿਟ ਕਰਕੇ ਕਹਿ ਸਕਦੀ ਹੈ ਬਈ ਤੁਸੀਂ ਇਹ ਪਾਰਟ ਹਟਾ ਦਿਓ। ਸਾਰਾ ਜੀ ਸੌਂਗ ਪੁੱਲ ਡਾਊਨ ਕਰਨਾ, ਸਾਰਾ ਸੌਂਗ ਬਿਨਾਂ ਕੁਝ ਦੱਸੇ ਹਟਾ ਦੇਣਾ, ਇਹ ਤੇ ਜਿਹੜਾ ਸਰਕਾਰ ਦਾ ਐਕਸ਼ਨ ਹੈ ਇਹ ਤੇ ਸਾਨੂੰ ਮਨਜ਼ੂਰ ਨਹੀਂ ਹੈ ਜੀ, ਇਹ ਤੇ ਓਵਰ ਬ੍ਰੀਚ ਹੈ। ਅਸੀਂ ਡੈਮੋਕ੍ਰੇਸੀ 'ਚ ਰਹਿੰਦੇ ਹਾਂ, ਸਾਨੂੰ ਸਾਡੇ ਹੱਕ ਵਿਊਜ਼ ਰੱਖਣ ਦਾ, ਸਾਡੇ ਬੋਲਣ ਦਾ ਅਧਿਕਾਰ ਹੈ ਜੀ। ਜੀ ਜਿੱਥੋਂ ਤੱਕ ਗੱਲ ਰਹੀ ਜੀ ਕਿ ਸਰਕਾਰ ਦੇ ਮਹਿਕਮੇ ਨੇ ਹਾਲੇ ਤੱਕ ਇਹ ਨਹੀਂ ਮੰਨਿਆ ਕਿ ਅਸੀਂ ਸ਼ਿਕਾਇਤ ਦਿੱਤੀ ਹੈ ਜਿਸ ਦੇ ਕਰਕੇ ਗੀਤ ਹਟਾਇਆ ਗਿਆ। ਅਜਿਹੇ ਗੀਤਾਂ ਨੂੰ, ਜਿਹੀਆਂ ਫਿਲਮਾਂ ਨੂੰ ਜਿਹੜੀਆਂ ਫਿਲਮਾਈਆਂ ਜਾਂਦੀਆਂ ਨੇ, ਸੋਸ਼ਲ ਪਲੇਟਫਾਰਮ ਤੇ ਰਿਲੀਜ਼ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਕੋਈ ਵਿਵਾਦਤ ਨਾਮ ਆ ਜਾਣ ਜਾਂ ਫਿਰ ਅਜਿਹੇ ਮਸਲੇ ਆ ਜਾਣ ਜਿਸ ਦੇ ਉੱਤੇ ਸਰਕਾਰਾਂ ਦੇ ਵਿੱਚ ਆਪਸੀ ਟਕਰਾਅ ਚੱਲ ਰਿਹਾ ਹੋਵੇ, ਤਾਂ ਅਜਿਹੇ ਗੀਤਾਂ ਦੇ ਵਿੱਚ ਜੇਕਰ ਉਸ ਦਾ ਜ਼ਿਕਰ ਆਉਂਦਾ ਤੇ ਕਾਨੂੰਨ ਕੀ ਕਹਿੰਦਾ, ਕੀ ਕਾਨੂੰਨ ਦੇ ਹਿਸਾਬ ਨਾਲ ਉਹ ਠੀਕ ਨਹੀਂ ਰਿਲੀਜ਼ ਕਰਨੀਆਂ ਜਾਂ ਫਿਰ ਹੱਕ ਹੈ ਇੰਨਾ ਕੋ ਰਿਲੀਜ਼ ਕੀਤਾ ਜਾ ਸਕਦਾ? ਦੇਖੋ ਜੀ, ਕਾਨੂੰਨ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਸੌਂਗਸ ਅਤੇ ਫਿਲਮਾਂ ਰਿਲੀਜ਼ ਹੁੰਦੀਆਂ ਨੇ ਉਹਨਾਂ ਵਾਸਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦਾ ਕਾਨੂੰਨ ਬਣਿਆ ਹੋਇਆ। ਉਹਦੇ ਵਿੱਚ ਸਰਟਨ ਸੇਫਗਾਰਡਸ ਦਿੱਤੇ ਨੇ। ਜਿਵੇਂ ਆਪਾਂ ਮੰਨ ਲਓ ਕੋਈ ਅਸ਼ਲੀਲ ਵੀਡੀਓ ਹੈ ਤੇ ਉਹਨੂੰ ਬਲੌਕ ਕਿੱਦਾਂ ਕਰਨਾ, ਉਹਦਾ ਐਕਸ਼ਨ ਕਿਵੇਂ ਲੈਣਾ ਵਾ, ਇਹ ਸਭ ਕੁਝ ਉਹ 'ਚ ਹੈ। ਨਾਲੇ ਜਿਹੜੇ ਸੌਂਗਸ ਅਤੇ ਮੂਵੀ ਜਿਹੜੇ ਕਿ ਅਮਨ ਭਾਈਚਾਰੇ ਨੂੰ ਨੁਕਸਾਨ ਪਹੁੰਚਾ ਸਕਦੇ ਆ ਜਾਂ ਦੇਸ਼ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਸਕਦੇ ਆ, ਤੇ ਇਹਨਾਂ ਉੱਪਰ ਵੀ ਐਕਸ਼ਨ ਲਿਆ ਜਾ ਸਕਦਾ। ਪਰ ਐਕਸ਼ਨ ਕਿੱਦਾਂ ਲਿਆ ਜਾਵੇ, ਇਹ ਸਾਰਾ ਪ੍ਰੋਸੀਜਰ ਉਹ 'ਚ ਪ੍ਰਿਸਕ੍ਰਾਈਬ ਹੈ ਜੀ। ਨਾਲੇ ਉਹ 'ਚ ਕੁਝ ਪੈਰਾਮੀਟਰਸ ਨੇ ਕਿ ਇਸ ਪੈਰਾਮੀਟਰ ਹੇਠਾਂ ਜੇ ਵੀਡੀਓ ਆਉਂਦੀ ਹੈ ਤਾਂ ਹੀ ਐਕਸ਼ਨ ਲਿਆ ਜਾ ਸਕਦਾ ਜੀ। ਪਰ ਜਿੱਥੇ ਤੱਕ ਸਿੱਧੂ ਬਾਈ ਦਾ ਜਿਹੜਾ ਸੌਂਗ ਹੈ SYL, ਮੈਨੂੰ ਨਹੀਂ ਲੱਗਦਾ ਕਿ ਇਹ ਉਸ ਪੈਰਾਮੀਟਰਸ 'ਚ ਆ ਸਕਦਾ ਆ। ਜੇ ਉਹ ਪੈਰਾਮੀਟਰਸ 'ਚ ਆਵੇ, ਜੇ ਸਰਕਾਰ ਦੀ ਮਨਸ਼ਾ ਕਲੀਅਰ ਹੈ ਬਈ ਹਾਂ ਸਾਡੀ ਇਸ ਪੈਰਾਮੀਟਰਸ ਦੇ ਹੇਠਾਂ ਇਹ ਸੌਂਗ ਪ੍ਰੋਬਲਮ ਕ੍ਰੀਏਟ ਕਰ ਸਕਦਾ, ਤਾਂ ਉਹ ਸਾਫ਼-ਸਾਫ਼ ਦੱਸਣ ਉਹਨਾਂ ਨੂੰ ਕਿਹੜਾ ਇਹੋ ਜਿਹਾ ਪਾਰਟ ਆਬਜੈਕਸ਼ਨੇਬਲ ਲੱਗਿਆ ਜੀ। ਇੱਕ ਪਾਸੇ ਇਸ ਗੀਤ ਦੀ ਗੱਲ ਹੈ ਕਿ ਤੁਸੀਂ RTI ਦੇ ਥਰੂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ, ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂ ਤੱਕ ਠੋਸ ਜਾਣਕਾਰੀ ਨਹੀਂ ਮਿਲ ਸਕੀ ਕਿ ਗੀਤ ਕਿਉਂ ਹਟਾਇਆ ਗਿਆ। ਪਰ ਦੂਜੇ ਪਾਸੇ ਤੁਸੀਂ ਦੇਖੀਏ ਕਿ ਕਤਲ ਮਾਮਲੇ ਦੇ ਨਾਲ ਜੁੜੀਆਂ ਕੁਝ ਗੱਲਾਂ ਤੇ ਤੁਸੀਂ ਵੀ ਨਜ਼ਰ ਰੱਖੀ ਹੋਵੇਗੀ ਕਿ ਹੁਣ ਤੱਕ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਤਸੱਲੀ ਨਹੀਂ ਹੋਈ। ਉਹ ਵਾਰ-ਵਾਰ ਕਹਿ ਰਿਹਾ ਕਿ ਸਾਨੂੰ ਇਨਸਾਫ ਉਦੋਂ ਤੱਕ ਪੂਰੀ ਤਰ੍ਹਾਂ ਨਹੀਂ ਮਿਲਦਾ ਜਿਨ੍ਹਾਂ ਨੇ ਕਤਲ ਕਰਨ ਦੇ ਲਈ ਮਾਹੌਲ ਸਿਰਜਿਆ, ਉਹਨਾਂ ਨੂੰ ਸਲਾਖਾਂ ਪਿੱਛੇ ਡੱਕਣ ਦੇ ਲਈ, ਜਾਂ ਫਿਰ ਹੁਣ ਤੱਕ ਦੀ ਜਿਹੜੀ ਤਮਾਮ ਕਾਰਵਾਈ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹੋਰ ਕੀ ਕੀ ਚੀਜ਼ਾਂ ਨੇ ਜਿਹੜੀਆਂ ਸੰਭਾਵਨਾਵਾਂ ਬਣ ਸਕਦੀਆਂ ਨੇ, ਕੀ ਕੀ ਹੋਰ ਹੋ ਸਕਦਾ ਇਸ ਦੇ ਵਿੱਚ ਇਨਸਾਫ ਦੇ ਲਈ? ਜਿਨ੍ਹਾਂ ਨੇ ਸਿੱਧੂ ਬਾਈ ਦਾ ਕਤਲ ਕੀਤਾ, ਇੱਕ ਸ਼ੂਟਰ ਹਜੇ ਵੀ ਫਰਾਰ ਹੈ ਤੇ ਇੱਕ ਜਿਹੜਾ ਇੰਟਰਨੈਸ਼ਨਲ ਗੈਂਗਸਟਰ ਜਿਹਦਾ ਨਾਂ ਗੋਲਡੀ ਬਰਾਰ ਹੈ, ਉਹਦਾ ਜਿਹੜਾ ਨਾਂ ਸਰਫੇਸ ਹੋ ਰਿਹਾ, ਉਹਨੂੰ ਹਜੇ ਟ੍ਰੇਸ ਆਊਟ ਨਹੀਂ ਕੀਤਾ ਗਿਆ। ਹਾਲਾਂਕਿ ਉਹ ਕੈਨੇਡਾ 'ਚ ਬੈਠਾ ਆ, ਅੰਡਰਗਰਾਊਂਡ ਆ, ਤੇ ਭਾਰਤ ਸਰਕਾਰ ਨੂੰ ਕੈਨੇਡਾ ਦੀ ਸਰਕਾਰ ਨਾਲ ਸੰਪਰਕ ਕਰਕੇ ਐਕਸਟ੍ਰੈਡੀਸ਼ਨ ਕਰਾ ਕੇ ਇੱਥੇ ਲਿਆਉਣਾ ਚਾਹੀਦਾ ਵਾ ਕਿ ਉਹ ਇੱਥੇ ਦੀ ਕਾਨੂੰਨ ਦੇ ਹਿਸਾਬ ਨਾਲ ਉਹਨੂੰ ਸਜ਼ਾ ਦਿੱਤੀ ਜਾਏ ਜੀ। ਤੇ ਜਿੱਥੇ ਤੱਕ ਪ੍ਰੋਗਰੈਸ ਦੀ ਗੱਲ ਆ, ਪੰਜਾਬ ਪੁਲਿਸ ਅਤੇ ਦਿੱਲੀ ਪੁਲਿਸ ਰਲ ਕੇ ਇਨਵੈਸਟੀਗੇਸ਼ਨ ਕਰ ਰਹੇ ਨੇ। ਜਿੱਥੇ ਤੱਕ ਮੈਂ ਖਬਰਾਂ ਵੇਖੀਆਂ ਜੀ, ਉੱਥੇ ਤੱਕ ਤਾਂ ਇਨਵੈਸਟੀਗੇਸ਼ਨ ਸਹੀ ਜਾ ਰਹੀ ਹੈ ਜੀ, ਐਕਸੈਪਟ 2 ਸ਼ੂਟਰਸ। ਇੱਕ ਤਾਂ ਜਿਹੜਾ ਹਜੇ ਫਰਾਰ ਆ ਤੇ ਇੱਕ ਜਿਹੜਾ ਗੋਲਡੀ ਬਰਾਰ ਹੈ। ਇਹਨਾਂ ਨੂੰ ਵੀ ਬੁੱਕਸ ਤੇ ਲਿਆਏ ਜਾਣ। ਨਾਲੇ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਆ, ਉਹ ਚਾਰਜਸ਼ੀਟ ਜਿਹੜੀ ਜਦੋਂ ਫਾਈਲ ਹੋਊਗੀ, ਉਹਨਾਂ ਨੇ ਕਿਹੜੇ ਐਵੀਡੈਂਸ ਇਕੱਠੇ ਕੀਤੇ ਨੇ, ਉਹ ਸਾਰਾ ਉਹ 'ਚ ਸਿੱਧ ਹੋ ਜਾਏਗਾ ਜੀ, ਕਲੀਅਰ ਹੋ ਜਾਏਗਾ। ਵਕੀਲ ਸਾਹਿਬ, ਜੇਕਰ ਇਸ ਗੀਤ ਨੂੰ ਲੈ ਕੇ ਕਿਸੇ ਵੀ ਸਰਕਾਰ ਦੇ ਵੱਲੋਂ ਸ਼ਿਕਾਇਤ ਨਹੀਂ ਦਿੱਤੀ ਗਈ, ਪਾਬੰਦੀ ਨਹੀਂ ਲਗਾਈ ਗਈ, ਤਾਂ ਫਿਰ ਹੁਣ ਇਹ ਗੀਤ YouTube ਦੇ ਉੱਤੇ ਜੇਕਰ ਕੋਈ ਸੁਣਨਾ ਚਾਹੁੰਦਾ ਤਾਂ ਕਿਵੇਂ ਫਿਰ ਸੁਣਿਆ ਜਾ ਸਕਦਾ? ਇਸ ਨੂੰ ਲੈ ਕੇ ਹੋਰ ਕੀ ਕੀ ਹੋ ਸਕਦਾ ਹੈ? ਦੇਖੋ ਜੀ, ਜੇਕਰ ਜਿੱਥੇ ਤੱਕ ਮੈਂ ਇਨਫੋਰਮੇਸ਼ਨ ਗੈਦਰ ਕਰ ਰਿਹਾ RTI ਰਾਹੀਂ, ਜੇ ਆਪਾਂ ਇੱਕ ਪੁਖਤੇ ਤੌਰ ਤੇ ਕਨਕਲੂਜਨ ਤੇ ਪਹੁੰਚ ਜਾਈਏ ਕਿ ਹਾਂ ਬਈ ਸਰਕਾਰ ਦੇ ਕਿਹੜੇ ਵੀ ਮਹਿਕਮੇ ਵੱਲੋਂ ਕੰਪਲੇਂਟ ਨਹੀਂ ਹੈ, ਫਿਰ ਤੇ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਅਸੀਂ ਸਿੱਧੂ ਬਾਈ ਦੇ ਫਾਦਰ ਸਾਹਿਬ ਨੂੰ ਦੇਵਾਂਗੇ ਕਿ ਤੁਸੀਂ ਹੁਣ YouTube ਨਾਲ ਸੰਬੰਧ ਕਰਕੇ ਇਸ ਸੌਂਗ ਨੂੰ ਤੁਸੀਂ ਅਨਬਲੌਕ ਕਰਾਓ। ਨਾਲੇ ਇਸ ਸੌਂਗ ਦੇ ਕਈ ਕਾਪੀਆਂ ਲੋਕਾਂ ਨੇ ਡਾਊਨਲੋਡ ਕਰਕੇ ਆਪਣੇ ਨਿੱਜੀ ਖਾਤਿਆਂ ਤੇ ਅਪਲੋਡ ਕਰ ਦਿੱਤੀ ਹੈ। ਸੋ ਸਿੱਧੂ ਬਾਈ ਦਾ ਜਿਹੜਾ YouTube ਤੇ ਅਕਾਊਂਟ ਆ, ਉਹਨੂੰ ਛੱਡ ਕੇ ਬਾਕੀ ਤੁਹਾਨੂੰ ਕਈ ਅਕਾਊਂਟਾਂ 'ਚ ਸੌਂਗ ਮਿਲ ਜਾਏਗਾ ਜੀ, ਅਵੇਲੇਬਲ ਹੈ ਜੀ। RTI ਦੇ ਮਸਲੇ ਤੇ ਜਿਹੜੀ ਵੀ ਜਾਣਕਾਰੀ ਤੁਹਾਡੇ ਤੱਕ ਪਹੁੰਚੇਗੀ, ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੀ ਕੀਤੀ ਜਾਣਕਾਰੀ ਇਕੱਠੀ ਲੋਕਾਂ ਤੱਕ ਪਹੁੰਚਾਈ ਜਾ ਸਕੇ ਔਰ ਅਸਲ ਵਜ੍ਹਾ ਜਾਣੀ ਜਾ ਸਕੇ ਕਿ ਆਖਰਕਾਰ ਇਹ ਗੀਤ ਕਿਉਂ ਹਟਾਇਆ ਗਿਆ।